1361 अंग ते सारियां संगतां प्रकाश करो। हुन है महला पंजवां। एक बारी सारे उचारण करो। सतनाम श्री वाहिगुरु साहिब जी। हुन है महला पंजवा। एक ओंकार सतगुर प्रसाद। हाथ कलम अगम मस्तक लेखावती। उर्ज रह्यो सब संग अनूप रूपावती। उस्तत कहन ना जाय मुख हो तुहारिया। मोहि देख दर्श नानक बलिहारिया। संत सभा मह बैस के कीरत मैं कहाँ। अरपी सब सीगार एहो जियो सब दिवा। आस प्यासी सेज सो कंत विछाइयै। हरिहा मस्तक होवै भाग साजन पाइयै। उचारण करो। सतनाम श्री वाहिगुरु साहिब जी। बेशुमार अथाह अगणत अतुलै। ज्यों बुलावहु त्यों नानक दास बोलै। ज्यों बुलावहें त्यों बोलै स्वामी कुदरत कवण हमारी। साध संग नानक जस गायो जो प्रभ की अत प्यारी। साध संग नानक जस गायो जो प्रभ की अत प्यारी। गुरु रूप खालसा साध संग जीओ ਵੱਡੇ ਭਾਗਾਂ ਵਾਲੇ ਹੋ। ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਅਗੰਮੀ ਬਾਣੀ, ਜਿਸ ਦਾ ਸਰਲੇਖ ਫੁਨਹੇ ਹੈ। ਫੁਨੇ ਦਾ ਹੁੰਦਾ ਹੈ ਬਾਰ ਬਾਰ ਆਉਣਾ। ਜਿਵੇਂ ਆਪਾਂ ਪੜ੍ਹਦੇ ਹਾਂ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ। ਅਪਰ ਪ੍ਰੰਸ ਦੇ ਵਿੱਚ ਜਾਂ ਹਿੰਦੀ ਭਾਸ਼ਾ ਵਿੱਚ ਆ ਕਹਿੰਦੇ ਫੁਨ ਬਣ ਗਿਆ ਸ਼ਬਦ ਤੋਂ, ਫੁਨੇ ਤੋਂ ਬਾਰ ਬਾਰ ਆਉਣਾ। ਇੱਥੇ ਸ਼ਬਦ ਵੀ ਬਾਰ ਬਾਰ ਆਊਗਾ। ਹਰ ਹਾਂ ਸ਼ਬਦ ਬਾਰ ਬਾਰ ਆਊਗਾ। ਇਹ 'ਚ ਬਾਰ ਬਾਰ ਆਉਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰਬਾਣੀ ਹੈ, ਇਹ ਅਗਾਧ ਬੋਧ ਹੈ। ਆਪਾਂ ਨੂੰ ਜਿੰਨੀ ਕੁ ਮਹਾਰਾਜ ਮੱਤ ਬੁੱਧ ਬਖਸ਼ਦੇ ਹੈ, ਫਿਰ ਉਨੀ ਕੁ ਵਿਚਾਰ ਕਰਦੇ ਹਾਂ। ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ। ਪਲ ਹੈ ਕਿਰਤ ਕਣਾ ਪੂਰਨ ਦਿਸ਼ਟ ਪ੍ਰਭ ਤੇਰੀ ਰਾਮ। ਹੇ ਵਾਹਿਗੁਰੂ, ਜੇ ਤੇਰੀ ਨਜ਼ਰ ਹੋ ਜੇ ਫਿਰ ਅਕਿਰਤ ਕਣਾਂ ਨੂੰ ਵੀ ਤੂੰ ਪਵਿੱਤਰ ਕਰ ਦਿੰਦਾ। ਮਹਾਰਾਜ ਕਿਰਪਾ ਕਰਨ, ਆਪ ਛੜੀ ਰੱਖ ਕੇ ਇਹ ਜਿਹੜੇ ਅਰਥ ਹੈ ਇਹ ਤਾਂ ਮੇਰਾ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਹੀ ਜਾਣਦੇ ਨੇ। ਉਹ ਪਰਸੋਂ ਫਿਰ ਮੰਜੀ ਸਾਹਿਬ ਤੋਂ ਸਿੰਘ ਸਾਹਿਬ ਕਰ ਰਹੇ ਸੀ, ਭਾਈ ਜਸਵੰਤ ਸਿੰਘ ਕਥਾ ਨਾ। ਉਹ ਕਹਿੰਦਾ ਜਿਹੜਾ ਕਹਿੰਦੇ ਵੀ ਦਾਅਵਾ ਕਰੇ ਵੀ ਆਹ ਸ਼ਬਦ ਇਹੀ ਅਰਥ ਹੈ, ਕਹਿੰਦਾ ਮੰਨ ਲਓ ਮੂਰਖ ਹੈ। ਕਹਿੰਦਾ ਉਹ ਕਹਿ ਰਿਹਾ, ਕਹਿੰਦਾ ਇਹ ਜਿਹੜੇ ਸ਼ਬਦਾਂ ਦੇ ਅਰਥ, ਜਪਜੀ ਸਾਹਿਬ ਦੇ ਅਰਥ ਮੇਰਾ ਪਿਤਾ ਗੁਰੂ ਨਾਨਕ ਮਹਾਰਾਜ ਹੀ ਜਾਣਦਾ। ਜਦੋਂ 6ਵੇਂ ਪਾਤਸ਼ਾਹ ਨੂੰ ਨਾ ਬੇਨਤੀ ਕੀਤੀ ਕਿ ਮਹਾਰਾਜ ਜਪਜੀ ਸਾਹਿਬ ਦੇ ਤੁਸੀਂ ਅਰਥ ਸੁਣਾਓ ਕਸ਼ਮੀਰ ਦੀ ਧਰਤੀ 'ਤੇ, ਅਤੇ ਮਹਾਰਾਜ ਨੇ ਉੱਥੇ ਫਿਰ ਇਹਦੇ ਅਰਥਬੋਧ ਕੀਤੇ। ਅਤੇ ਅਰਥਬੋਧ ਕਰਕੇ ਜੋਤ ਵੀ ਉਹੀ ਹੈ, ਪਰਮਾਤਮਾ ਦਾ ਰੂਪ ਹੈ 6ਵਾਂ ਪਾਤਸ਼ਾਹ ਮੇਰਾ। ਅਤੇ ਅਰਥਬੋਧ ਕਰਕੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਨੇ, ਇਹ ਸਿੱਖੋ ਇਹ ਜਿੰਨੀ ਕੁ ਗੁਰੂ ਨਾਨਕ ਮਹਾਰਾਜ ਨੇ ਬੁੱਧ ਦਿੱਤੀ ਹੈ ਮੈਂ ਉਹਨਾਂ ਵਰਣਨ ਕਰਤਾ, ਅਸਲੀ ਅਰਥ ਮੇਰਾ ਪਿਤਾ ਗੁਰੂ ਨਾਨਕ ਹੀ ਜਾਣਦਾ। ਇਹ 6ਵੇਂ ਪਾਤਸ਼ਾਹ ਦੇ ਬੋਲ ਹੈ। ਜੇ ਕੋਈ ਆਪਾਂ ਦਾਅਵਾ ਕਰੀਏ ਵੀ ਇਹ ਜਿਹੜਾ ਮੈਂ ਕਹਤਾ ਇਹੀ ਸੱਚ ਹੈ, 6ਵੇਂ ਪਾਤਸ਼ਾਹ ਦੇ ਬੋਲ ਨੇ ਵੀ ਇਹ ਮੇਰਾ ਪਿਤਾ ਗੁਰੂ ਨਾਨਕ ਉਹ ਸੱਚਖੰਡ 'ਚੋਂ ਲੈ ਕੇ ਆਏ ਨੇ, ਇਹ ਉਹ ਜਾਣਦੇ ਨੇ। ਅਤੇ ਆਪਾਂ ਨੂੰ ਜਿੰਨੀ ਕੁ ਬਖਸ਼ਿਸ਼ ਕੀਤੀ ਹੈ ਉਨੀ ਆਪਾਂ ਵਿਚਾਰ ਕਰਦੇ ਹਾਂ। ਜਿੰਨੀ ਕੁ ਆਪਾਂ ਨੂੰ ਮੱਤ ਬੁੱਧ ਬਖਸ਼ ਦੇਣਗੇ ਆਪਾਂ ਉਨੀ ਵਿਚਾਰ ਕਰਾਂਗੇ। ਆਪ ਸਾਰੀਆਂ ਸੰਗਤਾਂ ਅਸੀਸ ਦਿਓ। ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਨ ਹੈ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਫੁਨਹੇ ਮਹੱਲਾ ਪੰਜਵਾਂ। ਫੁਨਹੇ ਜੋ ਵਾਰ-ਵਾਰ ਸ਼ਬਦ ਆਊਗਾ, ਸਰਲੇਖ ਹੈ ਬਾਣੀ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਅਤੇ ਉੱਤੇ ਮੰਗਲ ਹੈ। ਇਹਨੂੰ ਕਹਿੰਦੇ ਨੇ ਦਿਸ਼ਾ ਨਿਰਦੇਸ਼ ਮੰਗਲ।
ਦਿਸ਼ਾ ਕਿੱਧਰ ਨੂੰ ਜਾਂਦੀ ਹੈ। ਮਤਲਬ ਕੁਝ ਵੀ ਜੋ ਗੁਰਬਾਣੀ ਇੱਥੇ ਵਿਚਾਰ ਕਰਾਂਗੇ ਉਹਦਾ ਮਾਰਗ ਇੱਕੋ ਇੱਕ ਹੈ, ਉਹ ਇੱਕ ਪਰਮਾਤਮਾ ਨਾਲ ਜੁੜਨਾ ਹੈ। ਇਹਨੂੰ ਕਹਿੰਦੇ ਦਿਸ਼ਾ ਨਿਰਦੇਸ਼ ਮੰਗਲ। ਉਹ ਮੰਗਲ ਕਰਦੇ ਨੇ ਮੇਰੇ ਪਿਤਾ ਦਾ, ਉਹ ਵਾਹਿਗੁਰੂ ਇੱਕ ਹੈ, ਉਹ ਸਰਬ ਪ੍ਰਕਾਸ਼ਕ ਹੈ, ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੋ ਰਿਹਾ, ਸਾਰਿਆਂ ਦਾ ਪ੍ਰਕਾਸ਼ਕ ਹੈ ਅਤੇ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਵਿਆਪਕ ਵੀ ਹੈ, ਸਤ ਸਰੂਪ ਹੈ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਾਥ ਕਲਮ ਅਗੰਮ ਮਸਤਕ ਲੇਖਾਵਤੀ, ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਹੁਣ ਇਹ ਜਿਹੜਾ ਪਹਿਲਾ ਸ਼ਬਦ ਹੈ ਇਹ ਵੀ ਮੰਗਲ ਹੈ। ਗੁਰੂ ਮਹਾਰਾਜ ਪਰਮਾਤਮਾ ਦੀ ਉਸਤਤੀ ਕਰ ਰਹੇ ਨੇ, ਮੰਗਲ ਕਰ ਰਹੇ ਨੇ। ਜਿਸ ਤਰ੍ਹਾਂ ਆਪਾਂ ਪਹਿਲਾਂ ਮੰਗਲ ਕਰਦੇ ਹਾਂ ਨਾ, ਮੰਨ ਲਓ ਮੰਗਲ ਪਰਮਾਤਮਾ ਦੀ ਉਸਤਤ ਦਾ ਮੰਗਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਹਾਥ ਕਹੀਏ ਹੱਥ, ਕਲਮ ਕਹੀਏ ਕਲਮ, ਅਗੰਮ ਕਹੀਏ ਗਮਤਾ ਤੋਂ ਰਹਿਤ, ਜਿਹੜੇ ਵਾਹਿਗੁਰੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੇ ਵਾਹਿਗੁਰੂ, ਹੇ ਅਪਹੁੰਚ ਵਾਹਿਗੁਰੂ, ਤੇਰੇ ਤੱਕ ਪਹੁੰਚ ਕਿਸੇ ਦੀ ਨਹੀਂ ਹੋ ਸਕਦੀ, ਪਰ ਤੇਰੇ ਹੱਥ ਦੇ ਵਿੱਚ ਕਲਮ ਲਿਖੀ ਹੋਈ ਹੈ, ਫੜੀ ਹੋਈ ਹੈ, ਅਤੇ ਸਾਰਿਆਂ ਦੇ ਮੱਥੇ ਦੇ ਲੇਖ ਤੂੰ ਹੀ ਲਿਖ ਦੇਂਗਾ। ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਜਿਹਨੂੰ ਜਦੋਂ ਆਪਾਂ ਪਹਿਰੇ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਪਹਿਲਾ ਪਹਿਰਾ ਰੈਣ ਕੈ ਬਨਜਾਰਿਆ ਮਿੱਤਰਾ, ਉਰਦ ਧਿਆਨ ਲਿਵ ਲਾਗਾ। ਜਦੋਂ ਪਹਿਲੇ ਪਹਿਰੇ ਦੇ ਵਿੱਚ ਮਾਤਾ ਦੇ ਪੇਟ 'ਚ ਆਇਆ, ਬੱਚੇ ਦੀ ਲਿਵ ਲੱਗ ਗਈ ਸੀ। ਪਹਿਲਾ ਪਹਿਰਾ ਰੈਣ ਕੈ ਬਨਜਾਰਿਆ ਮਿੱਤਰਾ, ਉਰਦ ਧਿਆਨ ਲਿਵ ਲਾਗਾ। ਵਾਹਿਗੁਰੂ ਨਾਲ ਤੇਰੀ ਜੋਤ ਲੱਗੀ ਹੋਈ ਸੀ। ਅਤੇ ਮਹਾਰਾਜ ਕਹਿੰਦੇ ਨੇ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਜਿਹੇ ਜੀ ਕਲਮ ਦੇ ਨਾਲ ਤੇਰੇ ਮੱਥੇ 'ਤੇ ਲਿਖਤਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਮਾਤਾ ਦੇ ਪੇਟ ਵਿੱਚ ਤੈਨੂੰ ਮੱਥੇ 'ਤੇ ਲਿਖ ਕੇ, ਬੁੜੀ ਕਹਿੰਦੇ ਲਿਖ ਦੇਣਾ ਕਲਮ ਦੇ ਨਾਲ, ਤੇਰੇ ਮੱਥੇ 'ਤੇ ਲੇਖ ਲਿਖ ਕੇ ਪਾਈ। ਜਿਹਨੂੰ ਆਪਾਂ ਜਪਜੀ ਸਾਹਿਬ ਜੀ ਨਾ ਪਹਿਲੀ ਪੌੜੀ 'ਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਵਾਹਿਗੁਰੂ ਨੇ ਤੇਰੇ ਜਨਮ ਵੇਲੇ ਮੱਥੇ 'ਤੇ ਲਿਖਦਾ, ਤੇਰੇ ਨਾਲ ਚੱਲੂਗਾ। ਲਿਖਿਆ ਕੀ ਹੈ? ਜਿਹੜਾ ਤੂੰ ਕਮਾਇਆ ਉਹ ਤੇਰੇ ਮੱਥੇ 'ਤੇ ਲਿਖਿਆ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ। ਪਹਿਲੇ ਪੈਰ ਦੇ ਵਿੱਚ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ। ਪਹਿਲੇ ਪੈਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਧਾਰਨ ਕਰ ਗਿਆ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਹੁਕਮ ਪਿਆ ਗਰਵਾਸ। ਪਰਮਾਤਮਾ ਦੇ ਹੁਕਮ ਦੇ ਵਿੱਚ ਮਾਤਾ ਦੇ ਗਰਭ 'ਚ ਆ ਗਿਆ, ਅਤੇ ਲੇਖ ਵਾਹਿਗੁਰੂ ਤੇਰੇ ਮੱਥੇ 'ਤੇ ਲਿਖੇ ਨੇ। ਹੇ ਵਾਹਿਗੁਰੂ, ਤੇਰੇ ਹੱਥ ਦੇ ਵਿੱਚ ਕਲਮ ਫੜੀ ਹੋਈ ਹੈ, ਅਤੇ ਸਾਰਿਆਂ ਦੇ ਮੱਥੇ 'ਤੇ ਲੇਖ ਤੂੰ ਲਿਖ ਦੇਂਗਾ। ਉਰਜ ਰਹਿਓ ਸਭ ਸੰਗ ਅਨੂਪ ਰਪਾਵਤੀ। ਪਰ ਤੂੰ ਲੇਖ ਲਿਖ ਕੇ ਸ੍ਰਿਸ਼ਟੀ ਬਣਾ ਕੇ ਅਤੇ ਸਾਰਿਆਂ ਦੇ ਨਾਲ ਉਰਜਿਆ ਹੋਇਆ ਵੀ ਹੈ, ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਵੀ ਹੈ। ਉਰਜ ਰਹਿਓ ਸਭ ਸੰਗ, ਤਾਣੇ ਪੇਟੇ ਵਾਂਗੂ ਤੂੰ ਸਾਰਿਆਂ ਦੇ ਵਿੱਚ ਹੀ ਮਿਲਿਆ ਹੋਇਆਗਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਮਹਾਰਾਜ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੇ ਅਪਹੁੰਚ ਵਾਹਿਗੁਰੂ, ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੂੰ ਸਾਰਿਆਂ ਦੇ ਮੱਥੇ 'ਤੇ ਆਪਦੇ ਹੱਥ ਨਾਲ ਲੇਖ ਲਿਖਦਾ ਹੈ, ਅਤੇ ਲੇਖ ਲਿਖ ਕੇ ਫਿਰ ਉਰਜ ਰਹਿਓ ਸਭ ਸੰਗ ਅਨੂਪ ਰਪਾਵਤੀ। ਉਰਜ ਰਹਿਓ, ਤੂੰ ਸਾਰਿਆਂ ਵਿੱਚ ਰਚਿਆ ਹੋਇਆ ਹੈ, ਉਪਮਾ ਤੋਂ ਰਹਿਤ ਹੈ, ਤੇਰੇ ਰੂਪ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਸਾਰਿਆਂ ਵਿੱਚ ਆਪ ਹੀ ਬਿਰਾਜਮਾਨ ਹੈ। ਉਸਤਤ ਕਹਿਣ ਨਾ ਜਾਏ, ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਹਾਂ, ਤੇਰੀ ਉਸਤਤ ਵੀ ਕਹੀ ਨਹੀਂ ਜਾ ਸਕਦੀ। ਉਸਤਤ ਕਹਿਣ ਨਾ ਜਾਏ, ਮੁਖੋ ਤੁਹਾਰੀਆ। ਹੇ ਵਾਹਿਗੁਰੂ, ਇਹ ਮੂੰਹ ਦੇ ਨਾਲ ਤੇਰੀ, ਇੱਕ ਮੂੰਹ ਨਾਲ ਤੇਰੀ ਉਸਤਤ ਨਹੀਂ ਹੋ ਸਕਦੀ। ਕਵਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੇਰਾ ਇੱਕ ਗੁਣ ਹੋਵੇ ਤਾਂ ਅਸੀਂ ਇੱਕ ਜੀਵ ਨਾ ਕਹਿ ਦਈਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਉਸਤਤ ਕਹਿਣ ਨਾ ਜਾਏ, ਮੁਖੋ ਤੁਹਾਰੀਆ। ਹੇ ਵਾਹਿਗੁਰੂ, ਇੱਕ ਮੂੰਹ ਦੇ ਨਾਲ ਤੇਰੀ ਉਸਤਤ ਕਹੀ ਨਹੀਂ ਜਾ ਸਕਦੀ। ਮੋਹੀ ਦੇਖ ਦਰਸ
ਨਾਨਕ ਬਲਿਹਾਰੀ। ਮੈਂ ਪਰ ਤੇਰੇ ਦਰਸ਼ਨ ਕਰਕੇ ਤੇਰੇ ਤੇ ਮੋਹਿਤ ਹੋ ਗਈ ਹਾਂ। ਮੈਂ ਤੇ ਇੱਥੋਂ ਬਲਿਹਾਰ ਜਾਨੀ ਹਾਂ। ਆਸ ਪਿਆਸੀ ਫਿਰ ਕਹਿ ਤਾਈ, ਜਿਉਂ ਚਾਤਰਕ ਬੂੰਦੇਰੇ, ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਸੰਤ ਸਭਾ ਮਹਿ ਬੈਸ, ਕੇ ਕੀਰਤ ਮੈਂ ਕਹਾ, ਅਰਪੀ ਸਭ ਸੀਗਾਰ, ਇਹੋ ਜੀਉ ਸਭ ਦੀਵਾਰ। ਪਹਿਲੇ ਸ਼ਬਦ ਦੇ ਵਿੱਚ ਮਹਾਰਾਜ ਨੇ ਮਹਾਰਾਜ ਦਾ ਮੰਗਲ ਕੀਤਾ ਹੈਗਾ। ਹੁਣ ਮਹਾਰਾਜ ਕਹਿੰਦੇ ਸੰਤ ਸਭਾ ਮਹਿ ਬੈਸ, ਕੇ ਕੀਰਤ ਮੈਂ ਕਹਾਂ। ਇਹ ਮੇਰੀ ਇਹ ਸਹੇਲੀਏ, ਮੇਰੀ ਤਾਂਘ ਹੈ, ਮੈਂ ਵੀ ਸਤ ਸੰਗਤ ਦੇ ਵਿੱਚ ਬਹਿ ਕੇ ਉਹਦੇ ਗੁਣ ਕਰਾਂ। ਸੰਤ ਸਭਾ ਮੈਂ ਬੈਸ, ਕਿ ਕੀਰਤ ਮੈਂ ਕਹਾਂ। ਮੈਂ ਵੀ ਉਹ ਵਾਹਿਗੁਰੂ ਦੀ ਕੀਰਤੀ ਕਹਾਂ। ਅਰਪੀ ਸਭ ਸਿੰਗਾਰ, ਇਹ ਜੀਓ ਸਭ ਦੇਵਾ। ਮੈਂ ਉਹ ਪਿਆਰੇ ਨੂੰ ਜੀ ਤੋਂ ਮੈਂ ਬਲਿਹਾਰਨਾ ਜਾਣਾ, ਜਿਹਨੇ ਮੈਨੂੰ ਮੋਹ ਲਿਆ ਹੈਗਾ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਹੈਗਾ। ਮੈਂ ਉਹਨੂੰ ਆਪਣਾ ਸਾਰਾ ਸ਼ਿੰਗਾਰ ਅਰਪ ਦਿਆਂ, ਉਹਨੂੰ ਮੈਂ ਆਪਣਾ ਜੀਓ ਵੀ ਅਰਪਣ ਕਰ ਦੇਵਾਂ। ਅਰਪੀ ਸਭ ਸੀ ਆਸ ਪਿਆਸੀ ਸੇਜ, ਸੋ ਕੰਤ ਵਿਸਾਈਐ, ਹਰਹਾ ਮਸਤਕ ਹੋਵੈ ਭਾਗ, ਤਾ ਸਾਜਨ ਪਾਈਐ। ਆਸ ਪਿਆਸੀ ਸੇਜ, ਸੋ ਕੰਤ ਵਿਛਾਈਐ। ਇਹ ਮਹਾਰਾਜ ਦਾ ਆਪਾਂ ਗਾਹਾਂ ਵਿਚਾਰਾਂਗੇ। ਇਹਦੇ ਫਿਰ ਅਲੰਕਾਰ ਜਿਹੜਾ ਬਣਾਇਆ ਉਹ ਸਾਡੇ ਪਤੀ ਪਤਨੀ ਦਾ ਅਲੰਕਾਰ ਬਣਾਇਆ ਗਾ। ਮੈਂ ਕਹਿੰਦਾ ਵੀ ਮਹਾਰਾਜ ਨੇ ਉਹ ਜਿਹੜੇ ਪ੍ਰਮਾਣ ਦਿੱਤੇ ਨਾ, ਕਿਉਂਕਿ ਇਹ ਸਾਡੇ ਅਨੁਭਵ ਦੇ ਵਿੱਚ ਸੀਗਾ। ਪਤੀ ਪਤਨੀ ਦਾ ਮਿਲਾਪ, ਪਤੀ ਪਤਨੀ ਦਾ ਪਿਆਰ, ਉਹ ਮਹਾਰਾਜ ਦੇ ਅਨੁਭਵ ਸੀ। ਇਹ ਤੋਂ ਹਰ ਮਨੁੱਖ ਜਾਣੂ ਹੈ। ਇਹਦਾ ਫਿਰ ਅਲੰਕਾਰ ਹੈ ਜਿਹੜਾ ਉਹ ਪਤੀ ਪਤਨੀ ਦਾ ਬਣਾਇਆ ਨੇ। ਕੱਲ੍ਹ ਨਵਾਂ ਸਾਲ ਚੜ੍ਹਿਆ ਹੈ ਨਾ, ਚੇਤ ਦਾ ਮਹੀਨਾ, ਅਤੇ ਭਾਈ ਨਿਰਭੈ ਸਿੰਘ ਜੀ ਦੇਖੋ ਵਿਚਾਰ ਕਰਕੇ ਗਏ। ਜਦੋਂ ਆਪਾਂ ਫਿਰ ਪੜ੍ਹਾਂਗੇ ਕੱਲ੍ਹ ਵਿਚਾਰਿਆ ਨਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜਿਹੜਾ ਪਹਿਲਾ ਜਿਹੜਾ ਸ਼ਬਦ ਹੈ ਨਾ, ਇਹ 14 ਸ਼ਬਦ ਨੇ 12 ਮਾਹ ਦੇ ਵਿੱਚ। ਪਹਿਲਾ ਸ਼ਬਦ ਮੰਗਲ ਹੈ, ਬੇਨਤੀ ਹੈ, ਅਤੇ 14ਵਾਂ ਸ਼ਬਦ ਉਹ ਸਫਲਤਾ ਦਾ ਸ਼ੁਕਰਾਨਾ ਹੈਗਾ। ਪਹਿਲਾ ਸ਼ਬਦ ਹੈ ਜਿਹੜਾ ਉਹ ਮਹਾਰਾਜ ਇੱਕ ਬੇਨਤੀ ਕਰਦੇ ਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹ ਵਾਹਿਗੁਰੂ ਅਸੀਂ ਆਪਣੇ ਕਿਰਤਾਂ ਕਰਮਾਂ ਕਰਕੇ ਵਿਛੜੇ ਹੋਏ ਹਾਂ, ਅਤੇ ਕਿਰਪਾ ਕਰਕੇ ਮੇਲੋ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਚਾਰੇ ਕੁੰਡਾਂ ਦਸਾਂ ਦਿਸ਼ਾਵਾਂ ਤੋਂ ਭਟਕ ਭਟਕ ਕੇ ਥੱਕ ਕੇ ਹੁਣ ਤੇਰੀ ਸ਼ਰਨ 'ਚ ਆਏ ਹਾਂ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਇਹ ਵਾਹਿਗੁਰੂ ਮੈਨੂੰ ਇਹ ਸਮਝ ਆ ਗਈ ਕਿ ਜਦੋਂ ਗਾਂ ਦੁੱਧ ਦੇਣੋਂ ਹਟ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦੀ। ਗਾਂ ਦੀ ਕੀਮਤ ਕਿੰਨਾ ਚਿਰ ਹੈ? ਜਿੰਨਾ ਚਿਰ ਦੁੱਧ ਦਿੰਦੀ ਹੈ। ਧੇਨ ਦੁਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਵਰਖਾ ਨਾ ਹੋਵੇ, ਬਨਸਪਤੀ ਖੇਤੀ ਸੁੱਕ ਜਾਂਦੀ ਹੈ, ਫਸਲ ਨਹੀਂ ਹੁੰਦੀ, ਦਾਣੇ ਨਹੀਂ ਪੈਂਦੇ, ਅਤੇ ਦਾਮ ਨਹੀਂ ਮਿਲਦੇ। ਸਾਡੇ ਹਿਰਦੇ ਰੂਪੀ ਫਸਲ ਦੇ ਉੱਤੇ ਪਰਮਾਤਮਾ ਦੀ ਨਾਮ ਦੀ ਵਰਖਾ ਨਹੀਂ ਹੋਊ, ਇਹ ਫਸਲ ਸੁੱਕ ਜਾਣੀ ਹੈ, ਦਾਮ ਮਿਲਣੇ ਨਹੀਂ। ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਐ ਸਾਜਣਾ, ਕਤ ਪਾਈਐ ਵਿਸਰਾਮ। ਹਰੀ ਪਰਮਾਤਮਾ ਨਾ ਕਹੀਏ ਪਤੀ, ਹਰ ਨਾਹ ਨਾ ਮਿਲੀਐ ਸਾਜਣਾ। ਜਿੰਨਾ ਚਿਰ ਪਤੀ ਪਰਮਾਤਮਾ ਨਹੀਂ ਮਿਲਦਾ, ਕਤ ਵਿਸਰਾਮ ਕਿਵੇਂ ਆਵੇ, ਟਿਕਾ ਕਿਵੇਂ ਆਵੇ? ਹਰ ਨਾਹ ਨਾ ਮਿਲੀਐ ਸਾਜਣਾ, ਕਤ ਪਾਈਐ ਵਿਸਰਾਮ। ਜਿਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਜਿਹੜੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਨਹੀਂ ਪ੍ਰਗਟ ਹੋਇਆ, ਮੰਨ ਲਓ ਜਿਹੜੀ ਪਤਨੀ ਦਾ ਪਤੀ ਘਰੇ ਨਹੀਂ ਹੈ। ਚੇਤ ਦਾ ਮਹੀਨਾ ਬਸੰਤ ਦਾ ਮਹੀਨਾ ਹੈਗਾ, ਸੁਹਾਵਣਾ ਮਹੀਨਾ ਹੈਗਾ। ਮਹੀਨਾ ਚੇਤ ਦਾ ਹੋਵੇ, ਬਸੰਤ ਆਈ ਹੋਵੇ, ਫੁੱਲ ਖਿੜੇ ਹੋਣ, ਮੌਸਮ ਬੜਾ ਸੁਹਾਵਣਾ ਹੈ। ਪਰ ਜੇ ਪਤੀ ਘਰ ਦੇ ਵਿੱਚ ਨਹੀਂ ਹੈ, ਫਿਰ ਉਹਨੂੰ ਨੀਂਦ ਨਹੀਂ ਆਉਂਦੀ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਸ, ਇਹ ਸਾਰੇ ਸ਼ਿੰਗਾਰ ਦੱਸੇ ਨੇ, ਔਰਤ ਦੇ ਦੱਸੇ ਆ। ਸਰਬ ਸ਼ਿੰਗਾਰ ਤੰਬੋਲ ਰਸ, ਸਣਦੇ ਹੀ ਸਭ ਖਾਮ। ਸਾਰੇ ਸ਼ਿੰਗਾਰ ਕੀਤੇ ਹੋਣ। ਤੰਬੋਲ ਨਾ, ਇਹ ਜਦੋਂ ਤੁਸੀਂ ਵਿਚਾਰਾਂਗੇ ਸਨਾਤਨ ਮਤ 16 ਸ਼ਿੰਗਾਰ ਹੈ, ਕਿਉਂਕਿ ਉਹ ਕਾਮ 'ਤੇ ਬਹੁਤ ਬੋਲਦੇ ਹੈ। 16
ਜਿਹੜੇ ਨੇਗੇ ਸ਼ਿੰਗਾਰ ਨੇ ਦੇ ਹੈ ਤੇ 16 ਵੱਖਰੇ ਕਰਦਾ, ਉਹਨੂੰ ਕਹਿੰਦੇ 32 ਸੁਲੱਖਣੀ। ਮਹਾਰਾਜ ਕਹਿੰਦੇ ਤੇਰੇ ਉਹਨਾਂ ਸ਼ਿੰਗਾਰਾਂ ਦੇ ਵਿੱਚੋਂ ਇੱਕ ਤੰਬੋਲ ਹੈ, ਤੰਬੋਲ ਕਹੀਏ ਪਾਨ। ਮੰਨ ਲਓ ਪਾਨ ਵੀ ਇੱਕ ਸ਼ਿੰਗਾਰ ਹੈ। ਪਾਨ ਦੇ ਵਿੱਚ ਕੀ ਹੁੰਦਾ? ਕੱਥਾ ਹੁੰਦਾ, ਇਲਾਇਚੀਆਂ ਹੁੰਦੀਆਂ, ਲੌਂਗ ਹੁੰਦੇ, ਸੁਗੰਧਤ ਹੁੰਦੀ ਹੈ, ਗਲਕੰਦ ਹੁੰਦੀ ਹੈ। ਉਹ ਸਨਾਤਨ ਮਤ ਦੇ ਨਾ ਉਹ ਚੱਬਦੇ ਆ ਤਾਂ ਕਿ ਮੂੰਹ 'ਚੋਂ ਖੁਸ਼ਬੂ ਆਵੇ। ਮਹਾਰਾਜ ਕਹਿੰਦੇ ਸਰਬ ਸ਼ਿੰਗਾਰ ਤੰਬੋਲ ਰਸ ਸਾਰੇ ਰਸ ਹੋਣ ਤੇ ਸਾਰੇ ਸ਼ਿੰਗਾਰ ਕੀਤੇ ਹੋਣ, ਸਣ ਦੇਹੀ ਸਭ ਖਾਮ। ਇਹ ਸਾਰੀ ਦੇਹੀ ਵੀ ਜੇ ਪਰਮਾਤਮਾ ਨਹੀਂ ਮਿਲਿਆ ਜਾਂ ਪਤੀ ਨਹੀਂ ਘਰੇ ਆਇਆ ਤਾਂ ਵਿਅਰਥ ਚਲੇ ਜਾਂਦੇ ਨੇ। ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ। ਇਸ ਤਰ੍ਹਾਂ ਹੀ ਜੇ ਪਤੀ ਪਰਮਾਤਮਾ ਨਹੀਂ ਮਿਲਿਆ ਤੇ ਫਿਰ ਸਾਰੇ ਜਿਹੜੇ ਸੰਬੰਧੀ ਹੈ ਇਹ ਵੀ ਜਮਦੂਤ ਬਣ ਜਾਂਦੇ ਆ। ਮਹਾਰਾਜ ਇੱਕ ਬੜਾ ਪਿਆਰਾ ਸਜਣ ਮਤਲਬ ਇੱਕ ਸੱਜਣ ਸਭ ਸੱਜਣਾ, ਇੱਕ ਬੈਰੀ ਸਭ ਬਾਦ। ਜਿਹੜੀ ਬੱਚੀ ਦੀ ਪਤੀ ਨਾਲ ਬਣ ਆਵੇ ਉਹਦੇ ਸਾਰੇ ਸੱਜਣ ਹੁੰਦੇ। ਅਸੀਂ ਗ੍ਰਸਤੀ ਹਾਂ। ਜਿਹੜੀ ਬੱਚੀ ਦੀ ਪਤੀ ਨਾਲ ਬਣ ਗਈ ਉਹਦਾ ਨਣਦ ਵੀ ਸਤਿਕਾਰ ਕਰੂਗੀ, ਉਹਦਾ ਦਰਾਣੀ ਵੀ ਜਠਾਣ ਸਤਿਕਾਰ ਕਰੂ, ਉਹਦਾ ਸੱਸ ਵੀ ਸਤਿਕਾਰ, ਸਮਾਜ ਵੀ ਕਰੂਗਾ, ਕਿਉਂਕਿ ਉਹਦੀ ਪਤੀ ਨਾ ਬਣ ਆਈ। ਤੇ ਜਿਹਦੀ ਪਤੀ ਨਾ ਬਣੇ ਤੇ ਸੱਸ ਵੀ ਲੜਦੀ ਹੈ, ਨਣਦਾਂ ਵੀ ਲੜਦੇ, ਸਮਾਜ ਵੀ ਕਹਿੰਦਾ ਕੁਝ ਹੀ ਹੈ। ਮਹਾਰਾਜ ਕਹਿੰਦੇ ਨੇ ਫਿਰ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਹੁਣ ਅੱਗੇ ਨਿਰਭੈ ਸਿੰਘ ਨੇ ਫਿਰ ਚੇਤ ਦੇ ਮਹੀਨੇ ਦੀ ਕਥਾ ਕੀਤੀ। ਫਿਰ ਜੇ ਸੁੱਖ ਲੈਣਾ ਮਹਾਰਾਜ ਕਹਿੰਦੇ ਇੱਥੋਂ ਸ਼ੁਰੂ ਹੁੰਦਾ ਚੇਤ ਦਾ ਪਹਿਲਾ ਮਹੀਨਾ। ਮਹਾਰਾਜ ਕਹਿੰਦੇ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਜੇ ਆਨੰਦ ਲੈਣਾ ਸੁੱਖ ਲੈਣਾ ਫਿਰ ਚੇਤ ਦੇ ਮਹੀਨੇ ਪਰਮਾਤਮਾ ਨੂੰ ਯਾਦ ਕਰ। ਇੱਥੋਂ ਸ਼ੁਰੂ ਹੋ ਕੇ ਪਹੁੰਚਣਾ ਕਿੱਥੇ ਹੈ? ਫਲਗੁਣ ਆਨੰਦ ਉਪਾਰਜਣਾ। ਹੁਣ ਕਿਹਾ ਹੈਗਾ ਪਹਿਲੀ ਪੰਗਤੀ 'ਚ ਕਿਹਾ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਚੇਤ ਦੇ ਮਹੀਨੇ ਤੂੰ ਵਾਹਿਗੁਰੂ ਨੂੰ ਸਿਮਰਨ ਕਰ, ਤੈਨੂੰ ਆਨੰਦ ਮਿਲੂਗਾ। ਤੇ ਇਹ ਸਾਰੀ ਬਾਣੀ ਨੂੰ ਜਦੋਂ ਵਿਚਾਰਦੇ 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 ਫੱਗਣ 'ਤੇ ਪਹੁੰਚੋਗੇ, ਉੱਥੇ ਮਹਾਰਾਜ ਨੇ ਕਹਿਣਾ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਹੁਣ ਆਨੰਦ ਪ੍ਰਗਟ ਹੋ ਗਿਆ ਤੇ ਸੱਜਣ ਪ੍ਰਗਟ ਹੋ ਕੇ ਆ ਗਏ ਫੱਗਣ ਦੇ ਮਹੀਨੇ 'ਤੇ, ਕਿਉਂਕਿ ਫੱਗਣ ਦਾ ਮਹੀਨਾ ਵੀ ਬਸੰਤ ਹੈ, ਆਨੰਦ ਦਾ ਮਹੀਨਾ ਹੈਗਾ। ਮਹਾਰਾਜ ਕਹਿੰਦੇ ਪਹੁੰਚਣਾ ਕਿੱਥੇ? ਆਨੰਦ 'ਤੇ। ਪਹਿਲੇ ਸ਼ਬਦ ਦੇ ਵਿੱਚ ਮਹਾਰਾਜ ਦਾ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਤੇ ਮਿਲਣਾ ਕਿੱਥੋਂ ਹੈ? ਸੰਗਤ ਦੇ ਵਿੱਚੋਂ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਜਿਹੜੇ ਪਰਮਾਤਮਾ ਨਾਲ ਮਿਲੇ ਆਇਆ ਸਫਲ ਗਿਣਿਆ ਉਹਨਾਂ ਦਾ ਜਾਣਾ। ਮਹਾਰਾਜ ਕਹਿੰਦੇ ਨੇ ਕਿ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਜੇ ਜਰਾ ਇੱਕ ਸਵਾਸ ਵੀ ਬਿਰਥਾ ਚਲਾ ਗਿਆ ਤੇਰਾ ਜੀਵਨ ਬਿਰਥਾ ਚਲਾ ਜਾਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚਿੱਤ ਨਾ ਆਵਈ ਕਿਤੜਾ ਦੁੱਖ। ਜੇ ਉਹ ਵਾਹਿਗੁਰੂ ਚਿੱਤ ਨਹੀਂ ਆਇਆ ਦੁੱਖ ਰਹਿਣਗੇ ਜ਼ਿੰਦਗੀ 'ਚ। ਮਹਾਰਾਜ ਕਹਿੰਦੇ ਫਿਰ ਅੱਗੇ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਸਾਨੂੰ ਉਹ ਪਿਆਰੇ ਦਾ ਮਿਲਾਪ ਕਰਾ। ਮਹਾਰਾਜ ਚੇਤ ਦੇ ਮਹੀਨੇ ਫਿਰ ਜਿਹੜੇ ਉਹਦੇ ਨਾਲ ਜੁੜ ਜਾਣਗੇ ਉਹਨਾਂ ਦਾ ਜੀਵਨ ਆਨੰਦ ਬਣ ਜਾਣਾ। ਹੁਣ ਇੱਥੇ ਮਹਾਰਾਜ ਕਹਿੰਦੇ ਨੇਗੇ ਅਰਪੀ ਸਭ ਸ਼ਿੰਗਾਰ ਇਹ ਜੀਓ ਸਭ ਦੇਵਾਂ, ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ। ਮੈਂ ਪਿਆਰੇ ਪਤੀ ਵਾਸਤੇ ਸੇਜ ਵਿਛਾਈ ਹੈ। ਇੱਕ ਹੋਰ ਧਿਆਨ ਦੇ ਵਿੱਚ, ਇੱਕ ਆਤਮਾ ਸਾਡੀ ਜੀਵ ਇਸਤਰੀ ਹੈ, ਪਰਮਾਤਮਾ ਇਹਦਾ ਪਤੀ ਹੈ। ਦੂਜਾ ਅਸੀਂ ਸੰਸਾਰੀ ਜੀਵ ਹਾਂ, ਇਸਤਰੀ ਪਤੀ ਹੈ ਤੇ ਮਰਦੇ ਦਾ ਪਤਨੀ ਹੈ ਤੇ ਮਰਦੇ ਦਾ ਪਤੀ ਹੈ। ਇੱਕ ਜਦੋਂ ਹੋਰ ਦੇਖਾਂਗੇ ਇਹ ਸਾਡਾ ਜਿਹੜਾ ਸਰੀਰ ਹੈ ਇਹ ਪਤਨੀ ਹੈ ਤੇ ਸਾਡੀ ਜਿਹੜੀ ਆਤਮਾ ਇਹ ਇਹਦਾ ਪਤੀ ਹੈ। ਫਿਰ ਚੌਥੀ ਜਦੋਂ ਮੌਤ ਆਊਗੀ, ਮੌਤ ਇਹਦਾ ਪਤੀ ਬਣ ਜੂ ਤੇ ਇਹ ਇਹਦੀ ਵਹੁਟੀ ਬਣ ਜੂਗੀ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾ। ਇਹ ਸਭ ਦੀ ਵਹੁਟੀ ਬਣਾ ਕੇ ਲੈ ਜਾਣਾ। ਹਾਂ ਇਹਨੂੰ ਵਿਆਹੁੰਦਾ ਕੌਣ ਹੈ? ਇਹਨੂੰ ਸ਼ਹੀਦ ਇਹਨੂੰ ਵਿਆਹੁੰਦੇ ਆ। ਸ਼ਹੀਦ ਮੌਤ ਨੂੰ ਵਿਆਹੁੰਦਾ, ਨਹੀਂ ਸਾਰੇ ਸੰਸਾਰ ਨੂੰ ਮੌਤ ਵਹੁਟੀ ਬਣਾ ਕੇ ਲੈ ਜਾਂਦੀ ਹੈ। ਮਹਾਰਾਜ ਕਹਿੰਦੇ ਆਸ ਪਿਆਸੀ ਸੇਜ ਸੋ ਕੰਤ ਵਿਛਾਈਐ, ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਣ ਪਾਈਐ। ਸੋਹਣੀ ਸੇਜ ਤਿਆਰ ਕੀਤੀ ਹੈ ਤਾਂ ਕਿ ਪਤੀ ਮਿਲ ਜਾਵੇ। ਇਹ ਚੇਤ ਦੇ 12 ਮਾਹ ਨਾ ਜਿਹੜੀਆਂ, ਇਹ 2 12 ਮਾਹ ਨੇ। ਇੱਕ 1107 ਅੰਗ ਤੇ ਜਿੱਥੇ ਤੁਖਾਰੀ ਰਾਗ ਸ਼ੁਰੂ ਹੋਇਆ ਨਾ,
ਉਦੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ। ਮਹਾਰਾਜ ਕਹਿੰਦੇ ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ। ਚੇਤ ਦਾ ਮਹੀਨਾ ਚੜ੍ਹ ਗਿਆ, ਬੜੀ ਭਲੀ ਰੁੱਤ ਹੈ। ਹੁਣ ਦੇਖੋ ਸੁਹਾਵਣੀ ਹੋ ਗਈ ਨਾ। ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ, ਫਿਰ ਵਾਜੜੋ ਮੇਰੇ ਪਿਆਰੇ। ਪਰ ਜੇ ਪਤੀ ਨਹੀਂ ਆਇਆ, ਫਿਰ ਵਾਜੜੋ ਮੇਰੇ ਪਿਆਰੇ ਆਂਗਣ ਧੂੜ ਲੁੱਤੇ। ਆਂਗਣ ਕਹੀਏ ਵਿਹੜਾ, ਇੱਥੋਂ ਹੀ ਸ਼ਬਦ ਬਣਿਆ ਸੁਹਾਗਣ, ਸੋਹਣੇ ਵਿਹੜੇ ਵਾਲੀ, ਸੋਹਣੇ ਘਰ ਵਾਲੀ। ਅਤੇ ਇੱਥੋਂ ਹੀ ਬਣਿਆ ਦੁਹਾਗਣ, ਜਿਹੜੀ ਕਈਆਂ ਦੇ ਸੰਪਰਕ 'ਚ ਆ ਜੇ ਉਹਨੂੰ ਕਹਿੰਦੇ ਦੁਹਾਗਣ ਹੈ। ਦੋ ਵਿਹੜਿਆਂ ਵਾਲੀ, ਦੋ ਮਰਦਾਂ ਨਾਲ ਸੰਬੰਧ ਰੱਖਣ ਵਾਲੀ। ਚੇਤ ਚੜ੍ਹ ਚੇਤ ਬਸੰਤ ਭਲਾ, ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ। ਭਲੀ ਰੁੱਤ ਆ ਗਈ, ਬੜਾ ਸੁਹਾਵਣਾ ਮੌਸਮ ਬਣ ਗਿਆ। ਪਰ ਮਹਾਰਾਜ ਕਹਿੰਦੇ ਫਿਰ ਵਾਜੜੋ ਮੇਰੇ ਪਿਆਰੇ ਆਂਗਣ, ਮੇਰੇ ਪਿਆਰੇ ਹਿਰਦੇ 'ਚ ਤਾਂ ਪਰਮਾਤਮਾ ਨਹੀਂ ਆਇਆ। ਜਾਂ ਐਂ ਕਹੀਏ ਜਿਹੜੀ ਇਸਤਰੀ ਦਾ ਪਤੀ ਘਰੇ ਨਹੀਂ ਆਇਆ, ਉਹਦਾ ਜਿਹੜਾ ਹਿਰਦਾ ਰੂਪੀ ਵਿਹੜਾ ਉਹ ਉਦਾਸ ਹੋ ਜਾਂਦਾ ਹੈ। ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ। ਮਨ ਦੇ ਵਿੱਚ ਆਸਾ ਬਣੀ ਹੈ ਤੇ ਮੇਰਾ ਪਿਆਰਾ ਆਵੇ। ਅੱਗੇ ਤਾਂ ਦੇਖੋ ਦੂਰੋਂ ਹੁੰਦੇ ਕੋਠੇ 'ਤੇ ਚੜ੍ਹ ਕੇ ਉਹ ਦੇਖਦੀਆਂ ਵੀ ਹੁੰਦੀਆਂ ਮਾਵਾਂ ਭੈਣਾਂ ਵੀ ਮੇਰਾ ਪਿਆਰਾ ਆਵੇ, ਜਾਂ ਭਰਾ ਆਵੇ, ਮਾਂ ਆਵੇ, ਪਿਓ ਆਵੇ। ਅੱਗੇ ਆਏ ਤੋਂ ਹੀ ਪਤਾ ਲੱਗਦਾ ਵੀ ਮੇਰਾ ਭਰਾ ਆਇਆ, ਮੇਰਾ ਪਤੀ ਆਇਆ। ਹੁਣ ਤਾਂ ਸਾਧਨ ਹੋਰ ਨੇ ਨਾ। ਮਹਾਰਾਜ ਕਹਿੰਦੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ, ਗੁਰੂ ਨਾਨਕ ਦੇਖ ਬਿਗਸੀ ਮੇਰੇ ਪਿਆਰੇ ਜਿਉ ਮਾਤ ਸੁੱਤੇ। ਫਿਰ ਜਦੋਂ ਪਤੀ ਮਿਲਦਾ ਨਾ, ਪਰਮਾਤਮਾ ਮਿਲਦਾ, ਇਸ ਤਰ੍ਹਾਂ ਪਿਆਰ ਹੁੰਦਾ ਜਿਵੇਂ ਮਾਤਾ ਨੂੰ ਪੁੱਤ ਮਿਲਦਾ। ਫਿਰ ਮਾਂ ਜਦੋਂ ਛਾਤੀ ਨਾਲ ਲਾਉਂਦੀ ਹੈ ਨਾ, ਉਹਦੀ ਅਵਸਥਾ ਮਾਂ ਜਾਣਦੀ ਹੈ, ਉਹਦਾ ਕਿੰਨਾ ਖਿਰਦਾ ਖਿੜ ਜਾਂਦਾ। ਇੱਥੇ ਮਹਾਰਾਜ ਕਹਿੰਦੇ ਆਸ ਪਿਆਸੀ ਸੇਜ ਸੋ ਕੰਤ ਵਿਛੈ। ਮੈਂ ਆਸਾ ਕਰਕੇ ਉਹ ਪਿਆਰੇ ਪਰਮਾਤਮਾ ਵਾਸਤੇ ਸੇਜ ਵਿਛਾਈ ਹੈ, ਹਿਰਦੇ ਰੂਪੀ ਸੇਜ ਵਿਛਾਈ ਹੈ। ਪਰ ਮਹਾਰਾਜ ਕਹਿੰਦੇ ਨੇ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਣ ਪਾਏ। ਪਰ ਮੱਥੇ ਦੇ ਭਾਗ ਹੋਣ ਤਾਂ ਮਿਲੇ ਨਾ। ਅੱਗੇ ਮਹਾਰਾਜ ਜਿਸ ਤਰ੍ਹਾਂ ਵਰਣਨ ਕਰਨਗੇ ਆਪ ਸਰਵਣ ਕਰੋ ਜੀ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋੜਹ ਕੀਏ ਸੀਗਾਰ ਕਿ ਅੰਜਨ ਪਾਜਿਆ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ। ਹੁਣ ਮੇਰੀ ਭੈਣ ਨੇ ਇਹ ਸ਼ਿੰਗਾਰ ਨਾ ਔਰਤ ਦਾ ਗਹਿਣਾ, ਵੈਸੇ ਸਨਾਤਨ ਮਤ ਦਾ, ਸਿੱਖ ਮਤ ਦੇ ਵਿੱਚ ਇਹ ਸ਼ਿੰਗਾਰ ਹੈ ਨਹੀਂ ਗਾ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਉਹ ਸਾਨੂੰ ਕਹਿਣਗੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਐ ਮੇਰੀ ਉਹ ਭੈਣੋ ਸ਼ਿੰਗਾਰ ਕਰੋ, ਸੋਹਣੀਆਂ ਲੱਗੋ, ਪਤੀ ਨੂੰ ਵੀ ਸੋਹਣੀਆਂ ਲੱਗੋ, ਸਮਾਜ ਨੂੰ ਵੀ ਸੋਹਣੀਆਂ ਲੱਗੋ। ਮਹਾਰਾਜ ਕਿਹੜਾ ਕਰੀਏ? ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਉੱਚੇ ਆਚਰਨ ਦਾ ਸ਼ਿੰਗਾਰ ਕਰ, ਸੰਤੋਖ ਦਾ ਸ਼ਿੰਗਾਰ ਕਰ, ਦਇਆ ਦਾ ਸ਼ਿੰਗਾਰ ਕਰ। ਸਤ ਸੰਤੋਖ ਦਇਆ ਧਰਮ ਜਿਹੜਾ ਨਿਯਮ ਹੈ ਉਹਨੂੰ ਦ੍ਰਿੜ ਕਰ ਲੈਣਾ, ਇਹ ਬਣਾ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇਗੇ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹਉ ਕਰੀ ਜਿਤ ਬਸ ਆਵੈ ਕੰਤ। ਹੁਣ ਇੱਥੇ ਅਲੰਕਾਰ ਹੈ ਸਾਡਾ ਦੁਨਿਆਵੀ ਪਤੀ ਪਤਨੀ ਦਾ ਦਿੱਤਾ ਹੋਇਆ, ਪਰ ਮਿਲਣਾ ਸਾਡੀ ਜੀਵ ਆਤਮਾ ਨੇ, ਇਹ ਤੋਂ ਪ੍ਰੇਰਨਾ ਲੈਣੀ ਹੈ। ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਹੜੀ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਇਹ ਬਹੁਤ ਜਲਦੀ ਸਮਝ ਸਕਦੀਆਂ। ਇਹ ਪਰਮਾਤਮਾ ਦੇ ਬਹੁਤ ਕਲੋਜ਼ ਹੈ। ਜਿਹੜਾ ਪਰਮਾਤਮਾ ਦਾ ਪਹਿਲਾ ਦੇਵੀ ਗੁਣ ਹੈ ਉਹ ਦਇਆ ਹੈ, ਅਤੇ ਉਹ ਦਇਆ ਜਿਹੜਾ ਇਸਤਰੀ ਲਿੰਗ ਹੈ ਉਹ ਔਰਤ ਦੇ ਵਿੱਚ ਭਰਪੂਰ ਹੁੰਦਾ ਹੈਗਾ। ਜਿਹੜੀ ਇਸਤਰੀ ਆਪਦੇ ਇਹ ਗੁਣਾਂ ਨੂੰ ਪ੍ਰਫੁੱਲਤ ਕਰ ਲੈਂਦੀ ਹੈ, ਪਰਮਾਤਮਾ ਦੇ ਬਹੁਤ ਕਲੋਜ਼ ਹੈ, ਬਹੁਤ ਛੇਤੀ ਭਾਵਨਾ ਪ੍ਰਧਾਨ ਹੈ ਇਸਤਰੀ, ਬਹੁਤ ਛੇਤੀ ਪਰਮਾਤਮਾ ਨੂੰ ਪਾ ਸਕਦੀ ਹੈ। ਇਹ ਅਲੰਕਾਰ ਤਾਂ ਲਿਆ, ਇਹਦੀ ਸਾਨੂੰ ਸਮਝ ਹੈ, ਸਾਨੂੰ ਪਤੀ ਪਤਨੀ ਦੇ ਮਿਲਾਪ ਦੀ ਸਮਝ ਹੈ ਕਿ ਪਤੀ ਪਤਨੀ ਦੇ ਮਿਲਾਪ ਦੇ ਵਿੱਚ ਆਨੰਦ ਹੈ। ਜਦੋਂ ਪਤੀ ਪਤਨੀ ਦਾ ਮਿਲਾਪ ਹੈ ਉਹ ਜੀਵਨ ਆਨੰਦਿਤ ਹੋ ਜਾਂਦਾ ਹੈਗਾ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹਉ ਕਰੀ ਜਿਤ ਬਸ ਆਵੈ ਕੰਤ। ਹਰ ਬੱਚੀ ਹਰ ਮੇਰੀ ਭੈਣ ਚਾਹੁੰਦੀ ਹੈ ਪਤੀ ਮੇਰੀ ਆਗਿਆ 'ਚ ਹੋਵੇ। ਬਾਬਾ ਫਰੀਦ ਜੀ ਕਹਿੰਦੇ ਨੇ ਆਗਿਆ 'ਚ ਹੋਊਗੀ, ਕਿਸੇ ਧਾਗੇ ਵਾਲੇ ਤਬੀਤ ਕੋਲੇ ਟੂਣੇ ਵਾਲਿਆਂ ਕੋਲ ਨਾ ਵਗ ਜੀ, ਭਟਕ ਜਾਓਗੇ। ਬਾਬਾ ਜੀ ਕੀ ਕਰੀਏ? ਫਿਰ ਹਰ ਬੱਚੀ ਇਹ ਦ੍ਰਿੜ ਕਰ ਲੇ ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਨਿਵਣ ਸੋ ਅੱਖਰ ਤੇਰੇ ਵਿੱਚ ਨਿਮਰਤਾ ਹੋਵੇ, ਖਵਣ ਗੁਣ ਸਹਿਣਸ਼ੀਲਤਾ ਆ ਜਾਵੇ। ਪੱਬਾ ਭਾਣਾ ਜੀ, ਪੱਬਾ ਭੁੱਲੀ ਜੀ, ਪੱਬਾ ਭਲਾ ਜੀ, ਤਿੰਨ ਪੱਬੇ ਗੁਰੂ ਅਮਰਦਾਸ ਮਹਾਰਾਜ ਬੀਬੀ ਭਾਨੀ ਦੀ ਝੋਲੀ ਪਾਏ,
ਤੇ ਜਗਤ ਮਾਤਾ ਬਣੀ ਤੇ 7 ਪੀੜ੍ਹੀਆਂ ਤਖਤ ਮਿਲਿਆ। ਧੰਨ ਹੈ ਬੀਬੀ ਭਾਨੀ ਦੀ ਬੜੀ ਸੇਵਾ ਸੀ, ਆਪ ਗੁਰੂ ਪਿਤਾ ਦੀ ਸੇਵਾ ਕਰਦੇ ਰਹੇ ਨੇ। ਮਹਾਰਾਜ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਤੇਰੇ ਅੰਦਰ ਸਹਿਣਸ਼ੀਲਤਾ ਹੋਵੇ, ਨਿਮਰਤਾ ਹੋਵੇ ਤੇ ਜੀਭ ਤੋਂ ਮਿੱਠੇ ਬੋਲ। ਇਹ 3 ਸ਼ਿੰਗਾਰ ਕਰ ਲਾ ਤੇ ਕੰਨ ਤੇਰੇ ਤਾਂ ਅੱਗੇ ਪਿੱਛੇ ਤੁਰਿਆ ਫਿਰਦੇ। ਹੁਣ ਇਹ ਸ਼ਿੰਗਾਰ ਤਾਂ ਕਰਦੇ ਨਹੀਂ, ਸੁਰਖੀ ਬਿੰਦੀ ਲਾ ਲਓ ਜਦੋਂ ਮੂੰਹ ਤੋਂਗੇ ਲੈ ਜਾਣਾ। ਇਹ ਸ਼ਿੰਗਾਰ ਮਹਾਰਾਜ ਕਹਿੰਦੇ ਝੂਠੇ ਹੈ। ਹੁਣ ਇੱਥੇ ਮਹਾਰਾਜ ਨੇ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਣ ਪਾਜਿਆ। ਇਹ ਸਹੇਲੀਏ ਨੇ ਤੂੰ ਕਾਜਲ ਕਹੀਏ ਸੁਰਮਾ ਵੀ ਅੱਖਾਂ 'ਚ ਪਾਇਆ, ਗਲ 'ਚ ਸੋਹਣਾ ਹਾਰ ਵੀ ਪਾਇਆ, ਤੰਬੋਲ ਪਾਨ ਵੀ ਖਾਧਾ, ਸਭੈ ਪੂਰਾ ਸਾਜ ਬਜਾਜ ਬਣਾਇਆ, ਸੇਜ ਵਿਛਾਲੀ ਕੰਤ ਵਾਸਤੇ। 16 ਕੀਏ ਸ਼ਿੰਗਾਰ ਸਰੀਰ ਤੇ, 16 ਸ਼ਿੰਗਾਰ ਵੀ ਕੀਤੇ ਕਿ ਅੰਜਨ ਪਾਜਿਆ, ਸੁਰਮਾ ਵੀ ਪਾਇਆ ਤਾਂ ਕਿ ਸੋਹਣਾ ਲੱਗੇ। ਧੰਨ ਗੁਰੂ ਅਰਜਨ ਦੇਵ ਦਾ ਮਹਾਰਾਜ ਦਾ ਨਾ ਇੱਕ ਬੜਾ ਪਿਆਰਾ ਸ਼ਬਦ ਹੈ। ਮਹਾਰਾਜ ਕਹਿੰਦੇ ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿੱਖਰੀ। ਤੁਸੀਂ ਸਾਰਿਆਂ, ਮੈਂ ਕਹਿੰਦਾ ਮੇਰੀ ਹਰ ਸਿੱਖ ਬੱਚੀ ਨੇ ਇਹ ਸ਼ਿੰਗਾਰ ਕਰਨਾ ਗਾ ਜਿਹੜਾ ਮੇਰਾ ਪਿਤਾ ਗੁਰੂ ਅਰਜਨ ਦੇਵ ਕਹਿ ਰਹੇ ਨੇ। ਸੰਤਾਂ ਕੋਈ ਹੋਏ ਦਾਸਰੀ, ਇਹ ਅਚਾਰਾ ਸਿੱਖਰੀ, ਤੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਜਾ। ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿੱਖਰੀ, ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਭਿਖਰੀ। ਸਾਰੇ ਗੁਣਾਂ ਦੇ ਵਿੱਚੋਂ, ਸਾਰੇ ਸ਼ਿੰਗਾਰਾਂ ਦੇ ਵਿੱਚੋਂ ਸ੍ਰੇਸ਼ਟ ਕਿਹੜਾ? ਤੂੰ ਪਤੀ ਨੂੰ ਦੂਰ ਨਾ ਸਮਝ। ਜਿਹੜੀ ਮੇਰੀ ਭੈਣ, ਇੱਕ ਸ਼ਬਦ ਆਉਂਦਾ ਨਾ, ਪੀੜੈ ਸਹੁ ਸੇਵ ਤੂੰ ਸਾਹੁਰ ਡੈ ਸੁਖ ਵਸ। ਪੇਕਿਆਂ ਦੇ ਵਿੱਚ ਪਤੀ ਨੂੰ ਯਾਦ ਕਰ। ਯਾਦ ਕਰਨ ਦਾ ਮਨ ਤੂੰ ਕਹਿੰਦਾ ਜੋ ਕੰਮ ਤੂੰ ਸਹੁਰੇ ਜਾ ਕੇ ਕਰਨੇ ਆ ਉਹ ਤੇਰੇ ਜਿਹਨ ਦੇ ਵਿੱਚ ਆਉਣ। ਜਿਹੜੀ ਬੱਚੀ ਪੇਕੇ ਰਹਿ ਕੇ ਪਤੀ ਨੂੰ ਯਾਦ ਕਰਦੀ ਹੈ, ਉਹ ਸਭ ਤੋਂ ਪਹਿਲਾਂ ਆਪ ਦਾ ਆਚਰਨ ਬਚਾ ਕੇ ਰੱਖਦੀ ਹੈ। ਉਹਨੂੰ ਸਮਝ ਹੁੰਦੀ ਹੈ ਇਹ ਮੇਰਾ ਸਰੀਰ ਮੇਰੇ ਪਤੀ ਦੀ ਮਾਨਤਾ ਹੈ, ਉਹ ਉਹਦਾ ਆਚਰਨ ਉੱਚਾ ਰਹਿੰਦਾ ਹੈ। ਤੇ ਦੂਜਾ, ਜੋ ਕੰਮ ਸਹੁਰੇ ਜਾ ਕੇ ਕਰਨੇ ਆ ਉਹ ਸਾਰੇ ਕੰਮ ਮਾਤਾ ਉਹਨੂੰ ਸਿਖਾਉਂਦੀ ਹੈ ਤਾਂ ਕਿ ਤੂੰ ਸੌਖੀ ਰਹੇ। ਪਈੜੈ ਸਹੁ ਸੇਵ ਤੂੰ ਸਾਹੁਰੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ। ਜਿਸ ਤਰ੍ਹਾਂ ਮੇਰੀ ਬੱਚੀ ਜਿਹੜੀ ਪੇਕੇ ਘਰ ਰਹਿ ਕੇ ਆਪਣਾ ਜੀਵਨ ਬਚਾ ਕੇ ਗੁਣ ਸਿੱਖ ਕੇ ਆਉਂਦੀ ਹੈ, ਉਹ ਫਿਰ ਸਹੁਰਿਆਂ ਦੇ ਵਿੱਚ ਸੁੱਖ ਪਾਉਂਦੀ ਹੈ। ਇਸ ਤਰ੍ਹਾਂ ਜਿਹੜੀ ਜੀਵ ਆਤਮਾ ਇਹ ਸੰਸਾਰ 'ਤੇ ਰਹਿੰਦੀ ਹੋਈ ਇਹ ਵਿਕਾਰਾਂ ਤੋਂ ਬਚ ਜਾਂਦੀ ਹੈ, ਪਵਿੱਤਰ ਰਹਿੰਦੀ ਹੈ, ਉਹ ਪਰਮਾਤਮਾ ਦੀ ਦਰ 'ਤੇ ਸਫਲ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਸੰਤਾਂ ਕੀ ਹੋਈ ਦਾਸਰੀ, ਇਹ ਅਚਾਰਾ ਸਿੱਖਰੀ, ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ। ਤੂੰ ਪਤੀ ਪਰਮਾਤਮਾ ਨੂੰ ਦੂਰ ਨਾ ਜਾਣ, ਉਹ ਤੇਰੇ ਨਾਲ ਹੈ। ਇਸ ਤਰ੍ਹਾਂ ਹੀ ਜਿਹੜੀ ਮੇਰੀ ਭੈਣ ਚਾਹੇ ਕੁਆਰੀ ਹੈ ਚਾਹੇ ਵਿਆਹੀ ਹੈ, ਜਿਹੜੀ ਪਤੀ ਨੂੰ ਅੰਗ ਸੰਗ ਸਮਝਦੀ ਹੈ ਉਹਦਾ ਜਤ ਸਤ ਬਣਿਆ ਰਹਿੰਦਾ ਹੈਗਾ। ਵਿਕਾਰ ਕਦੋਂ ਹੁੰਦਾ ਹੈ? ਮਤਲਬ ਜਦੋਂ ਸਮਝੇ ਪਤੀ ਕਿਹੜਾ ਦੇਖਦਾ ਹੈ, ਪਰਮਾਤਮਾ ਕਿਹੜਾ ਦੇਖਦਾ ਹੈਗਾ। ਅੱਗੇ ਮਹਾਰਾਜ ਕਹਿੰਦਾ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਇਹ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਰੰਗ, ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ। ਆਪਣੀਆਂ ਚਲਾਕੀਆਂ ਛੱਡ ਕੇ ਉਹ ਪਰਮਾਤਮਾ ਨੂੰ ਜਾਣ ਸੰਗ, ਭਰਤਾ ਕਹੈ ਸੋ ਮਾਨੀਐ। ਜਿਹੜਾ ਪਤੀ ਕਹਿੰਦਾ ਉਹਨੂੰ ਮੰਨ ਲੈਣਾ, ਇਹ ਸ਼ਿੰਗਾਰ ਬਣਾਈ। ਜਿਹੜੀ ਮੇਰੀ ਭੈਣ ਨੇ ਪਤੀ ਕਹਿੰਦਾ ਉਹ ਮੰਨ ਲਿਆ, ਮੰਨ ਲਓ ਉਹਦਾ ਸ਼ਿੰਗਾਰ ਬਣ ਗਿਆ। ਭਰਤਾ ਕਹੀਏ ਪਤੀ, ਭਰਤਾ ਕਹੇ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਰੀ। ਫਿਰ ਕੀ ਹੋਊਗਾ? ਦੂਜਾ ਭਾਉ ਵਿਸਾਰੀਐ, ਦੂਜਾ ਭਾਉ ਵਿਸਾਰ, ਦੂਜਾ ਭਾਉ ਵਿਸਾਰੀਐ, ਇਹ ਤੰਬੋਲਾ ਖਾਏ ਰੀ। ਮੰਨ ਲਓ ਜਿਹੜਾ ਤੇਰਾ ਮੂੰਹ 'ਚੋਂ ਸੁਗੰਧੀ ਆਉਣ ਵਾਲਾ ਪਾਨ ਖਾਣਾ, ਦੂਜਾ ਭਾਉ ਈਰਖਾ ਦਵੈਤ ਨਿੰਦਿਆ ਵਿਸਾਰ ਦੇਣੀ, ਤੇਰੇ ਮੂੰਹ ਦੇ ਵਿੱਚੋਂ ਗੁਣਾਂ ਦੀ ਖੁਸ਼ਬੂ ਆਉਣੀ ਹੈ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸਤ ਕੀ ਸੇਜ ਵਿਛਾਏ ਰੀ। ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕਰਕੇ ਆਪਣੇ ਉੱਚੇ ਆਚਰਨ ਨੂੰ ਸੇਜ ਬਣਾ ਲਾ। ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸਤ ਕੀ ਸੇਜ ਵਿਛਾਏ ਰੀ। 8 ਪਹਿਰ ਕਰ ਜੋੜ ਰਹੋ, ਤਉ ਭੇਟੈ ਹਰ ਰਾਏ ਰੀ। ਉਹਦੇ ਮੂਹਰੇ ਬੇਨਤੀ ਕਰ, ਤਿਸ ਹੀ ਚੱਜ ਅਚਾਰ ਸਭ ਸਾਈ ਸੁਹਾ। ਉਹਨੂੰ ਸਾਰੇ ਚੱਜ ਆ ਗਏ, ਅਚਾਰ ਆ ਗਏ। ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੀ। ਉਹ ਸਾਰੇ ਚੱਜਾਂ ਵਾਲੀ ਹੈ, ਉਹ ਸਾਰੇ ਸ਼ਿੰਗਾਰਾਂ ਵਾਲੀ ਹੈ, ਤੇ ਉਹ ਸੋਹਣੀ ਵੀ ਹੈ। ਸਾਈ ਰੂਪ, ਉਹਦਾ ਜਿਹੜਾ ਰੂਪ ਹੈ ਨਾ, ਫਿਰ ਉਹ ਪਾਰਾਵਾਰ ਤੋਂ ਪਰਾਂ ਹੋ ਜਾਂਦਾ। ਸਾਈ ਰੂਪ ਅਪਾਰ ਰੀ, ਸਾਈ ਸੁਹਾਗਣ ਨਾਨਕਾ ਜੋ ਭਾਣੀ ਕਰਤਾਰੀ। ਜਿਹੜੇ ਪਰਮਾਤਮਾ ਨੂੰ ਭਾ ਜਾਂਦੀ ਹੈ, ਜਿਸ ਤਰ੍ਹਾਂ ਜਿਹੜੀ ਸੁਆਣੀ ਮੇਰੀ ਭੈਣ ਹੈ ਪਤੀ ਦੀ ਆਗਿਆ ਚੱਲਦੀ ਹੈ, ਉਹ ਪਤੀ ਨੂੰ ਭਾ ਜਾਂਦੀ ਹੈ, ਇਸ ਤਰ੍ਹਾਂ ਹੀ ਉਹਨੂੰ ਭਾਈ ਨੇ। ਇੱਥੇ ਮਹਾਰਾਜ ਕਹਿੰਦੇ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇ ਸਾਰਾ ਕੁਛ ਕਰਿਆ ਹੋਵੇ, ਜੇ ਕਰ ਆਵੈ ਕੰਤ
ਤਾ ਸਭ ਕਿਛ ਪਾਈਐ। ਹਰਿਹਾ ਕੰਤੈ ਬਾਜ ਸੀਗਾਰ, ਸਭ ਬਿਰਥਾ ਜਾਈਐ। ਮਹਾਰਾਜ ਕਹਿੰਦੇ ਜੇ ਕਰ ਆਵੈ ਕੰਤ ਤਾਂ ਸਭ ਕੁਛ ਪਾਏ। 16 ਸ਼ਿੰਗਾਰ ਕੀਤੇ ਹੋਣ, ਸਾਰਾ ਅਡੰਬਰ ਕੀਤਾ ਹੋਏ, ਜੇ ਪਤੀ ਘਰੇ ਆਊਗਾ ਤਾਂ ਆਨੰਦ ਮਿਲਣਾ ਹੈਗਾ, ਤਾਂ ਪਤਨੀ ਨੂੰ ਖੁਸ਼ੀ ਮਿਲਣੀ ਹੈ। ਇਸੇ ਤਰ੍ਹਾਂ ਮੇਰੇ ਵਾਹਿਗੁਰੂ, ਮੰਨ ਲਓ ਅਸੀਂ, ਸਾਡਾ ਜਿਹੜਾ ਬਾਹਰਲਾ ਪਹਿਰਾਵਾ ਹੈ ਨਾ, ਇਹ ਸਾਡਾ ਸ਼ਿੰਗਾਰ ਹੈ। ਕਿਸੇ ਨੇ ਧਾਰਮਿਕ ਕੱਪੜੇ ਪਾ ਲੈਣੇ, ਜਿਸ ਤਰ੍ਹਾਂ ਸਨਾਤਨ ਮਤ ਟਿੱਕਾ ਲਾਉਂਦਾ ਹੈ, ਬੋਦੀ ਰੱਖਦਾ ਹੈ, ਜੰਝੂ ਪਾਉਂਦਾ, ਜਿਵੇਂ ਸਾਡਾ ਨਾ 5 ਕਕਾਰਾਂ ਦੀ ਵਰਦੀ ਸਾਡਾ ਸ਼ਿੰਗਾਰ ਹੈ। ਜੇਕਰ ਆਵੈ ਕੰਤ ਤਾਂ ਸਭ ਕੁਛ ਪਾਈਏ। ਅਸੀਂ ਸਾਰਿਆਂ ਨੇ ਵਰਦੀ ਪਾਈ ਹੈ, ਸ਼ਿੰਗਾਰ ਕੀਤਾ ਹੋਇਆ, 5 ਕਕਾਰਾਂ ਦੀ ਵਰਦੀ ਹੈ, ਸੋਹਣੇ ਕੱਪੜੇ ਪਾਏ ਨੇ, ਦੇਖਣ ਨੂੰ ਗੁਰਸਿੱਖ ਲੱਗੇ। ਅਤੇ ਜੇ ਸਾਡੇ ਜ਼ਿੰਦਗੀ ਦੇ ਵਿੱਚ ਗੁਰੂ ਦੀ ਯਾਦ ਨਹੀਂ ਆਈ, ਬਾਹਰੋਂ ਪਹਿਰਾਵਾ ਸਾਡਾ ਗੁਰਸਿੱਖਾਂ ਵਾਲਾ ਬਣਿਆਗਾ, ਜਿਸ ਤਰ੍ਹਾਂ ਇੱਕ ਸੁਹਾਗਣ ਦਾ ਬੜਾ ਬੇਸ ਕਰਿਆ ਹੋਵੇ, ਬੜੇ ਸ਼ਿੰਗਾਰ ਕੀਤੇ ਹੋਣ, ਜੇ ਪਤੀ ਘਰੇ ਨਾ ਆਵੇ, ਜੇਕਰ ਆਵੈ ਕੰਤ ਤਾਂ ਸਭ ਕੁਛ ਪਾਈਐ। ਹਰ ਹਾਂ ਕੰਤ ਹੈ ਬਾਜ ਸ਼ਿੰਗਾਰ, ਸਭ ਬਿਰਥਾ ਜਾਏ। ਜਿਸ ਤਰ੍ਹਾਂ ਉਹ ਮੇਰੀ ਭੈਣ ਦਾ ਸ਼ਿੰਗਾਰ ਕੀਤਾ ਵਿਅਰਥ ਚਲਾ ਜਾਂਦਾ ਹੈ, ਇਸ ਤਰ੍ਹਾਂ ਤੇਰੇ ਜੀਵਨ ਦੇ ਵਿੱਚ ਤੂੰ ਵਸਤਰ ਵੀ ਧਰਮੀ ਪਾਏ ਨੇ, ਦੇਖਣ ਨੂੰ ਵੀ ਤੂੰ ਧਰਮੀ ਲੱਗਦਾ ਹੈਗਾ, ਤੂੰ ਗੁਰੂ ਘਰ ਵੀ ਆਉਣਾ ਹੈ, ਪਰ ਜੇ ਤੇਰੇ ਹਿਰਦੇ ਘਰ ਵਿੱਚ ਪਰਮਾਤਮਾ ਦੀ ਯਾਦ ਨਹੀਂ ਵਸੀ, ਫਿਰ ਜੀਵਨ ਦੇ ਵਿੱਚ ਆਨੰਦ ਨਹੀਂ ਆਉਣਾ। ਮਹਾਰਾਜ ਕਹਿੰਦੇ ਜੇਕਰ ਆਵੈ ਕੰਤ ਤਾਂ ਸਭ ਕੁਛ ਪਾਈਐ। ਹਰ ਹਾਂ ਕੰਤ ਹੈ ਬਾਜ ਸ਼ਿੰਗਾਰ, ਸਭ ਬਿਰਥਾ। ਜੇ ਪਰਮਾਤਮਾ ਦੀ ਯਾਦ ਜੀਵਨ ਵਿੱਚ ਨਹੀਂ ਆਈ, ਫਿਰ ਸਾਡਾ ਜੀਵਨ ਬਿਰਥਾ ਚਲਾ ਜਾਣਾ। ਇਹ ਪ੍ਰੇਰਨਾ ਇੱਕ ਸੁਹਾਗਣ ਤੋਂ ਲੈਣੀ ਹੈ, ਕਿਉਂਕਿ ਇਹ ਚੀਜ਼ ਦੀ ਸਾਨੂੰ ਸਮਝ ਹੈ। ਇਹ ਮਹਾਰਾਜ ਨੇ ਅਲੰਕਾਰ ਹੈ ਸੁਹਾਗਣ ਦਾ ਬਣਾਇਆ। ਮਹਾਰਾਜ ਕਿਰਪਾ ਕਰਨ। ਬੜੇ ਪ੍ਰੇਰਨਾਦਾਇਕ ਸ਼ਬਦ ਨੇ, ਜਿਸ ਤਰ੍ਹਾਂ ਮਹਾਰਾਜ ਆਪਾਂ ਨੂੰ ਵਿਚਾਰ ਦਿੰਦੇ ਰਹਿਣਗੇ, ਆਪਾਂ ਲੈਂਦੇ ਰਹਾਂਗੇ। ਆਓ ਆਪਾਂ ਵੀ ਉਹ ਪਿਆਰੇ ਨੂੰ ਯਾਦ ਕਰੀਏ, ਤਾਂ ਕਿ ਸਾਡੇ ਹਿਰਦੇ ਵਿੱਚ ਵਸ ਜਾਵੇ। ਜੇਕਰ ਆਵੈ ਕੰਤ, ਸਾਡੇ ਹਿਰਦੇ ਰੂਪੀ ਸੇਜ 'ਤੇ ਮੇਰਾ ਵਾਹਿਗੁਰੂ ਆ ਕੇ ਬੈਠ ਜਾਵੇ। ਜੇਕਰ ਆਵੈ ਕੰਤ ਤਾਂ ਸਭ ਕੁਛ, ਸਾਰਾ ਕੁਛ ਹੀ ਪ੍ਰਾਪਤ ਹੋ ਜਾਣਾ। ਵਾਹਿਗੁਰੂ 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 ਵਾਹਿਗੁਰੂ। ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹੜੇ ਰਹਿਮਤਾਂ ਬਖਸ਼ਦੇ ਨੇ, ਅੰਮ੍ਰਿਤ ਵੇਲੇ ਉਦਮ ਬਖਸ਼ਦੇ ਨੇ, ਪ੍ਰੇਰਦੇ ਨੇ, ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣਨ ਦੀ ਸਮਰੱਥਾ ਬਖਸ਼ਦੇ ਨੇ। ਮਹਾਰਾਜ ਕਿਰਪਾ ਕਰਨ, ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ।